बहुत स्वागत है जी सारिਆਂ ਦਾ। मैं हाँ सुरिंदर डल्ला। ਸਾਡੇ ਨਾਲ ਪੰਜਾਬ ਦੇ ਮੰਨੇ ਪ੍ਰਮੰਨੇ ਵੀਜ਼ਾ ਐਡਵਾਈਜ਼ਰ ਨੇ ਜਿਹੜੇ ਕਿ ਆਸਟ੍ਰੇਲੀਆ ਦੇ ਏਰੀ ਦੇ ਵੀ ਮੈਂਬਰ ਨੇ ਔਰ ਯੂਕੇ ਦੇ ਵੀ ਬਹੁਤ ਮੰਨੇ ਪ੍ਰਮੰਨੇ ਐਕਸਪਰਟ ਨੇ। ਯੂਨੀਵਰਸਿਟੀਆਂ ਦੇ ਨਾਲ ਲਗਾਤਾਰ ਸਟੂਡੈਂਟਸ ਨੂੰ ਐਡਵਾਈਸ ਕਰਕੇ ਉਹਨਾਂ ਦੀ ਹੈਲਪ ਕਰਦੇ ਨੇ ਔਰ ਅੱਜ ਬਹੁਤ ਅਹਿਮ ਜਾਣਕਾਰੀ ਸਾਡੇ ਸ਼ੋਅ ਦੇ ਵਿੱਚ ਤ੍ਰਿਵੇਦੀ ਸਾਹਿਬ ਸਾਂਝੀ ਕਰਨ ਵਾਲੇ ਨੇ। ਜਨਵਰੀ ਇਨਟੇਕ ਯੂਕੇ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਨੇ, अगर कोई बिना आयल्स जाना चाहता है तो खतरा खड़ा हो सकता है बिना आयल्स से। त्रिवेदी साहब तो जानांगे कि रूल बदल सकते हैं जनवरी च यूके दे। त्रिवेदी जी बहुत बहुत स्वागत है। थैंक यू डल्ला जी और सारे दर्शकों का बहुत बहुत स्वागत है जी। कि विदाउट आयल्स की मुश्किल आ सकती है जी जनवरी इनटेक देखो पहला तो ਆਪਾਂ ਦੇਖੀਏ ਉਹਨਾਂ ਨੂੰ ਕੀ ਮੁਸ਼ਕਲ ਆ ਰਹੀ ਹੈ ਬਿਨਾਂ ਆਇਲਸ ਤੋਂ। ਬਹੁਤ ਸਾਰੇ ਐਡਸ ਵੱਡੇ ਆਉਂਦੇ ਨੇ ਬਿਨਾਂ ਆਇਲਸ ਤੋਂ ਯੂਕੇ ਜਾਓ ਜੀ, ਤੁਹਾਡੇ ਇੰਗਲਿਸ਼ ਤੋਂ 50% ਨੰਬਰ ਨੇ ਤਾਂ ਵੀ ਯੂਕੇ ਚਲ ਜਾਓ, ਘੱਟ ਨੰਬਰ ਨੇ ਤਾਂ ਵੀ ਯੂਕੇ ਜਾਓ। ਪੁਰਾਣੀ 12ਵੀਂ ਕੀਤੀ ਹੈ 6 ਸਾਲ ਪਹਿਲਾਂ 12ਵੀਂ ਕੀਤੀ ਹੈ ਤਾਂ ਵੀ ਬਿਨਾਂ ਆਇਲਸ ਤੋਂ ਚਲ ਜਾਓ। ਮੈਂ ਇਹਨਾਂ ਚੀਜ਼ਾਂ ਨੂੰ ਹਮੇਸ਼ਾ ਤੋਂ ਪ੍ਰੈਫਰ ਕਦੀ ਨਹੀਂ ਕੀਤਾ ਔਰ ਹਮੇਸ਼ਾ ਕਹਿੰਦਾ ਵੀ ਨਹੀਂ ਯਾਰ, ਤੁਸੀਂ ਬਾਹਰ ਪੜ੍ਹਨ ਜਾਣਾ ਚਾਹੁੰਦੇ ਕੋਈ ਨਾ ਕੋਈ ਇੰਗਲਿਸ਼ ਦਾ ਟੈਸਟ ਦੇਣਾ ਜ਼ਰੂਰੀ ਹੈ ਔਰ ਦੇਣਾ ਚਾਹੀਦਾ। ਉਹ ਚਾਹੇ ਆਇਲਸ ਦੇ ਦਿਓ, ਚਾਹੇ ਪੀਟੀ ਦੇ ਦਿਓ, ਚਾਹੇ ਡੂਓਲਿੰਗੋ ਦੇ ਦਿਓ। ਔਰ ਬਹੁਤ ਸਾਰੀ ਯੂਨੀਵਰਸਿਟੀਜ਼ ਦੇ ਆਪਣੇ ਵੀ ਇੰਗਲਿਸ਼ ਦੇ ਟੈਸਟਸ ਹੈਗੇ ਨੇ, ਉਹ ਵੀ ਇਕੁਅਲੈਂਟ ਟੂ ਮੰਨੇ ਜਾਂਦੇ ਨੇ। ਆਇਲਸ ਜਾਂ ਡੂਓਲਿੰਗੋ ਕੁਛ ਵੀ ਤੁਸੀਂ ਕਹਿ ਲਓ, ਉਹਦੇ ਬਰਾਬਰ ਮੰਨੇ ਜਾਂਦੇ ਨੇ। ਪਰ ਕਿਤੇ ਨਾ ਕਿਤੇ ਯੂਨੀਵਰਸਿਟੀਜ਼ ਸਾਡੇ ਲੋਕਾਂ ਦੇ ਮਤਲਬ ਕਿ ਏਜੰਟਸ 'ਤੇ ਭਰੋਸਾ ਕਰਕੇ ਕਰ ਰਹੀਆਂ ਸੀਗੀਆਂ ਵੀ ਠੀਕ ਹੈ ਤੁਹਾਡੇ ਸਟੂਡੈਂਟਸ ਨੇ 12ਵੀਂ ਇੰਗਲਿਸ਼ ਮੀਡੀਅਮ 'ਚ ਕੀਤੀ ਹੈ ਅਤੇ ਵਿਲ ਵੇਵ ਆਫ ਦਾ ਇੰਗਲਿਸ਼ ਰਿਕੁਆਇਰਮੈਂਟ, ਅਸੀਂ ਆਇਲਸ ਜਾਂ ਪੀਟੀ ਦੀ ਰਿਕੁਆਇਰਮੈਂਟ ਹਟਾ ਦਾਂਗੇ। ਹੁਣ ਆਹ ਵਾਲਾ ਸਟੂਡੈਂਟ ਜਦੋਂ ਯੂਕੇ ਪਹੁੰਚਿਆ ਉਹ ਸਟੂਡੈਂਟ ਕੋਲੋਂ ਫੋਲੋ ਹੀ ਨਹੀਂ ਕੀਤੀ ਗਈ ਪੜ੍ਹਾਈ ਉੱਥੇ। ਓਬਵੀਅਸਲੀ ਯੂਕੇ ਜਾ ਕੇ ਅਸੀਂ ਪੜ੍ਹਨਾ, ਇਟ ਵਿਲ ਬੀ ਇਨ ਇੰਗਲਿਸ਼ ਮੀਡੀਅਮ ਐਂਡ ਇਨ ਗੁੱਡ ਇੰਗਲਿਸ਼। ਪ੍ਰੋਗਰਾਮਸ ਆਰ ਡਿਲੀਵਰਡ ਇਨ ਇੰਗਲਿਸ਼। ਤੁਹਾਨੂੰ ਅੱਛੇ ਲੈਵਲ ਦੀ ਇੰਗਲਿਸ਼ ਹੋਣੀ ਚਾਹੀਦੀ ਹੈ ਉਹਨੂੰ ਫੋਲੋ ਕਰਨ ਲਈ, ਉਹਨੂੰ ਸਮਝਣ ਦੇ ਲਈ। ਸੋ ਉਹ ਬੱਚਿਆਂ ਦੇ ਕੋਲੋਂ ਬਿਲਕੁਲ ਵੀ ਪੜ੍ਹਾਈ ਫੋਲੋ ਨਹੀਂ ਕੀਤੀ ਗਈ, ਉਹ ਫੇਲ ਹੋ ਗਏ ਉੱਥੇ। ਉਹਨਾਂ ਨੇ ਪੜ੍ਹਾਈਆਂ ਛੱਡ ਦਿੱਤੀਆਂ, ਯੂਨੀਵਰਸਿਟੀਆਂ ਛੱਡ ਦਿੱਤੀਆਂ, ਇਲੀਗਲ ਹੋ ਗਏ ਯੂਕੇ ਦੇ ਵਿੱਚ। ਇਹਨਾਂ ਸਾਰੀਆਂ ਚੀਜ਼ਾਂ ਨੇ ਹੀ ਹੋਮ ਆਫਿਸ ਨੂੰ ਮਜਬੂਰ ਕੀਤਾ ਇਹ ਸੋਚਣ ਲਈ, ਇਹ ਕਾਨੂੰਨ ਨਵਾਂ ਕੱਢਣ ਦੇ ਲਈ ਵੀ ਜਨਵਰੀ ਤੋਂ ਕੈਸ਼ ਲੈਟਰ ਦੇ ਉੱਪਰ ਯੂਨੀਵਰਸਿਟੀ ਨੂੰ ਇਹ ਮੈਂਸ਼ਨ ਕਰਨਾ ਕੰਪਲਸਰੀ ਹੋ ਜਾਏਗਾ ਵੀ ਉਹਨਾਂ ਨੇ ਕਿਹੜੇ ਟੈਸਟ ਨੂੰ ਅੱਗੇ ਰੱਖ ਕੇ ਸਟੂਡੈਂਟਸ ਦਾ ਇੰਗਲਿਸ਼ ਦਾ ਲੈਵਲ ਜੱਜ ਕੀਤਾ। ਅੱਜ ਤੱਕ ਜੋ ਯੂਨੀਵਰਸਿਟੀਜ਼ ਕਰ ਰਹੀਆਂ ਸੀ, ਜੇ ਤੁਹਾਡੇ ਕੋਲ ਯੂਕੇ ਵੀ ਆਇਲਟਸ ਹੈਗਾ ਦੈਟਸ ਮੈਂਸ਼ਨਡ, ਭਾਵੇਂ IDP ਦਾ BC ਦਾ ਕੁਛ ਵੀ ਹੈਗਾ ਜਾਂ ਨਹੀਂ ਵੀ ਹੈਗਾ, ਉੱਥੇ ਲਿਖਿਆ ਜਾਂਦਾ ਸੀ ਅਸੀਂ ਸਟੂਡੈਂਟ ਨੂੰ ਚੈੱਕ ਕਰ ਲਿਆ ਜੀ, ਹੀ ਇਜ਼ ਅ ਗਿਫਟਡ ਸਟੂਡੈਂਟ, ਇਹਦਾ ਇੰਗਲਿਸ਼ ਦਾ ਲੈਵਲ ਠੀਕ ਹੈਗਾ, ਇਹਨੂੰ ਕਿਸੇ ਟੈਸਟ ਦੀ ਲੋੜ ਨਹੀਂ। ਕਮ ਜਨਵਰੀ this thing will be finished and university will have to mention on the CAS ਵੀ how they have judged your English level। ਸੋ ਇੰਗਲਿਸ਼ ਦਾ ਲੈਵਲ ਹੈ ਜਿਹੜਾ ਉਹ ਕਾਸ ਲੈਟਰ ਦੇ ਉੱਤੇ ਕਿਤੇ ਨਾ ਕਿਤੇ ਐਕਸਪਲੇਨ ਕਰਨਾ ਪਊਗਾ ਸਟੂਡੈਂਟ, ਬਿਲਕੁਲ ਜੀ ਲਿਖਣਾ ਪਏਗਾ। ਸੋ ਇੱਥੇ ਫਿਰ ਚਾਹੇ ਆਇਲਟਸ ਕਰੋਗੇ, ਚਾਹੇ ਡੂਓਲਿੰਗੋ ਕਰੋਗੇ, ਚਾਹੇ PT ਕਰੋਗੇ, ਤੇ ਚਾਹੇ ਯੂਨੀਵਰਸਿਟੀ ਦਾ ਆਪਣਾ ਇੰਟਰਨਲ ਐਗਜ਼ਾਮ ਦੋਗੇ, ਜੋ ਕੁਝ ਵੀ ਹੋਏਗਾ ਉਹ ਮੈਂਸ਼ਨ ਕਰਨਾ ਪਏਗਾ। ਮਤਲਬ ਇੰਗਲਿਸ਼ ਦਾ ਟੈਸਟ ਕਿਸੇ ਨਾ ਕਿਸੇ ਰੂਪ 'ਚ ਤੁਹਾਨੂੰ ਅਪੀਅਰ ਕਰਨਾ ਦੇਣਾ ਹੀ ਪੈਣਾ ਜੀ। ਤੇ ਹੁਣ ਸਟੂਡੈਂਟ ਕਿਹੜਾ ਟੈਸਟ ਦੇ ਸਕਦੇ, ਕਿੰਨੇ ਸਕੋਰ ਚਾਹੀਦੇ? ਦੇਖੋ ਮੈਂ ਤੇ ਮੇਰੇ ਪਲਾਨਸ ਨਾ ਹਮੇਸ਼ਾ ਥੋੜੇ ਲੰਬੇ ਹੁੰਦੇ ਆ, ਕਦੀ ਸ਼ਾਰਟਕਟਸ ਨਹੀਂ ਦੱਸਦਾ, ਲੰਬਾ ਰਸਤਾ ਦੱਸਦਾ, ਪਰ ਉਹ ਰਸਤਾ ਕੰਫਰਟੇਬਲ ਹੁੰਦਾ ਔਰ ਤੁਹਾਨੂੰ ਵਧੀਆ ਤਰੀਕੇ ਨਾਲ ਤੁਹਾਡੇ ਕਰੀਅਰ ਵੱਲ ਲੈ ਕੇ ਜਾਂਦਾ। 4 ਮਹੀਨੇ ਪਏ ਹਾਲੇ ਅਗਲਾ ਇਨਟੇਕ ਆਉਣ 'ਚ, ਜਨਵਰੀ ਹੈ। ਤੁਸੀਂ ਔਨਲਾਈਨ ਤਿਆਰੀ ਕਰੋ। ਹਾਂ ਮੈਂ ਮੰਨਦਾ ਇਸ ਲਈ ਕੋਚਿੰਗ ਸੈਂਟਰਸ ਨਹੀਂ ਖੁੱਲ੍ਹੇ, ਬਟ ਔਨਲਾਈਨ ਪੜ੍ਹਾਈ ਬਹੁਤ ਵਧੀਆ ਤਰੀਕੇ ਨਾਲ ਆਇਲਟਸ ਦੀ, PT ਦੀ, ਡੂਓਲਿੰਗੋ ਦੀ ਤਿਆਰੀ ਕਰੋ, ਐਗਜ਼ਾਮ ਦਿਓ, 6 ਬੈਂਡ ਦਾ ਏਮ ਕਰੋ। ਚਾਹੇ ਤੁਸੀਂ 12ਵੀਂ ਕੀਤੀ ਹੈ ਤੇ ਚਾਹੇ ਤੁਸੀਂ ਕੀਤੀ ਹੈ ਗ੍ਰੈਜੂਏਸ਼ਨ। 6 no less than 5.5 ਦੀ ਰਿਕੁਆਇਰਮੈਂਟ ਤਕਰੀਬਨ ਹਰ ਯੂਨੀਵਰਸਿਟੀ ਦੀ ਲੱਗਣੀ ਹੀ ਲੱਗਣੀ ਹੈ। ਠੀਕ ਹੈ ਜੀ। 3 ਇਨਟੇਕ ਚਲੇ ਗਏ ਨੇ ਯੂਕੇ ਦੇ ਵਿੱਚ। ਜਨਵਰੀ ਇਨਟੇਕ ਪਿਛਲਾ ਗਿਆ, ਜਨਵਰੀ 2020 ਵਾਲਾ, ਸਤੰਬਰ 2019 ਵਾਲਾ ਗਿਆ ਤੇ ਹੁਣ ਆਹ ਸਤੰਬਰ 2020 ਵਾਲਾ ਜਾਣਾ। ਇਹਨਾਂ ਦੇ ਵਿੱਚੋਂ ਸਟੂਡੈਂਟਸ ਬੜੇ ਸੋਹਣੇ ਪੈਸੇ ਬਣਾ ਰਹੇ ਨੇ ਉੱਥੇ, ਪਾਰਟ ਟਾਈਮ ਜੌਬਸ ਕਰਕੇ ਦੇ ਅਰਨਿੰਗ ਗੁੱਡ ਮਨੀ, ਯੂਨੀਵਰਸਿਟੀਜ਼ ਪੜ੍ਹ ਕੇ ਇੰਜੋਏ ਕਰ ਰਹੇ ਨੇ, ਵਧੀਆ ਚੱਲ ਰਿਹਾ। ਯੂਕੇ 'ਚ ਮੇਰੇ ਕੋਲੋਂ ਇੱਕ ਵੀ ਲਾਂਭਾ ਨਹੀਂ ਆਇਆ ਡੱਲਾ ਜੀ, ਨਾਟ ਈਵਨ 1 ਕਾਲ ਫਰੋਮ ਸਟੂਡੈਂਟ ਵੀ ਮੈਨੂੰ ਵਧੀਆ ਨਹੀਂ ਰਿਹਾ ਜੀ, ਕੰਮ ਨਹੀਂ ਮਿਲ ਰਿਹਾ, ਜੌਬ ਨਹੀਂ ਹੈਗੀ, ਪੈਸੇ ਨਹੀਂ ਹੈਗੇ, ਪੜ੍ਹਾਈ ਦਾ ਮਜ਼ਾ ਨਹੀਂ ਆ ਰਿਹਾ। ਹਾਂ ਉਹਦੇ ਨਾਲ ਯੂਨੀਵਰਸਿਟੀਜ਼ ਦਾ ਜੇ ਆਪਾਂ ਸੋਚੀਏ ਉਹਨਾਂ ਦਾ 50% ਸਟੂਡੈਂਟ ਭੱਜ ਗਿਆ ਜੀ। 50% ਸਟੂਡੈਂਟਸ ਹੈਵ ਡਿਸਅਪੀਅਰਡ, ਜਿਨ੍ਹਾਂ ਕੋਲੋਂ ਪੜ੍ਹਾਈਆਂ ਪਾਸ ਨਹੀਂ ਹੋ ਰਹੀਆਂ, ਜਿਨ੍ਹਾਂ ਦੇ ਕੋਲੋਂ ਅੱਗੇ ਵੀਜ਼ਾ ਕੰਡੀਸ਼ਨਸ ਮੈਂਟੇਨ ਨਹੀਂ ਹੋ ਰਹੀਆਂ, ਜਿਨ੍ਹਾਂ ਨੇ ਅਗਲੇ ਸਮੈਸਟਰ ਦੀ ਫੀਸ ਨਹੀਂ ਦਿੱਤੀਆਂ ਕਿਉਂਕਿ ਪਿਛਲਾ ਹੀ ਨਹੀਂ ਪਾਸ ਹੋਇਆ। ਇਹਨਾਂ ਸਾਰੀਆਂ ਦਿੱਕਤਾਂ ਕਰਕੇ ਹੀ ਆਹ ਚੀਜ਼ ਹੋ ਰਹੀ ਹੈ ਜਨਵਰੀ ਦੇ ਵਿੱਚ ਐਂਡ ਵੀ ਸ਼ੁੱਡ ਬੀ ਵੈਲ ਪ੍ਰੀਪੇਅਰਡ। ਸਾਡੇ ਕੋਲ ਅੱਛਾ ਖਾਸਾ ਟਾਈਮ ਹੈਗਾ ਇਸ ਵੇਲੇ, 3-4 ਮਹੀਨੇ ਵਿੱਚ ਪਏ ਨੇ। ਹੁਣ ਤਿਆਰੀ ਕਰਾਂਗੇ ਆਰਾਮ ਨਾਲ, ਮਹੀਨੇ 1.5 ਮਹੀਨੇ 'ਚ ਐਗਜ਼ਾਮ ਦੇ ਲਾਂਗੇ। ਮੋਰਓਵਰ ਸਪਾਊਸ ਵਾਲਿਆਂ ਵਾਸਤੇ ਯੂਕੇ ਜਿਹੜਾ ਇਸ ਵੇਲੇ ਬੈਸਟ ਡੈਸਟੀਨੇਸ਼ਨ ਹੈ ਜੀ। ਜੇ ਮੇਰੀ ਗੱਲ ਮੰਨੋ ਤਾਂ ਯੂਕੇ ਬੈਸਟ ਡੈਸਟੀਨੇਸ਼ਨ ਹੈ।
ਟਰੈਵਲ ਹੋ ਰਿਹਾ, ਦੋਨੋਂ ਜਣੇ ਇਕੱਠੇ ਜਾ ਸਕਦੇ ਹੋ। ਸਪਾਊਸ ਦੀ ਕੁਆਲੀਫਿਕੇਸ਼ਨ ਨਹੀਂ ਮੰਗਦਾ ਯੂਕੇ ਬਿਲਕੁਲ ਵੀ, ਨਾ ਯੂਨੀਵਰਸਿਟੀਆਂ ਮੰਗਦੀਆਂ ਨੇ, ਨਾ ਐਮਬੈਸੀ ਮੰਗਦੀ ਹੈ, ਨਾ ਉਹਦੀ ਕੋਈ ਇਨਕਮ ਮੰਗਦੇ ਨੇ, ਕੁਝ ਵੀ ਨਹੀਂ ਹੈ। ਇਟ ਇਜ਼ ਓਨਲੀ ਤੁਹਾਡੀ ਮੈਰਿਟ ਜੈਨੂਅਨ ਹੋਣੀ ਚਾਹੀਦੀ ਹੈ। ਜਿਹਨੇ ਪੜ੍ਹਨ ਜਾਣਾ ਉਹ ਕੰਡੀਸ਼ਨਸ ਮੇਨਟੇਨ ਕਰਦਾ ਹੋਵੇ, ਉਹ ਕੰਡੀਸ਼ਨਸ ਨੂੰ ਪਾਲਣਾ ਕਰਦਾ ਹੋਵੇ। ਸਪਾਊਸ ਵਾਸਤੇ ਨਾ ਕੋਈ ਐਜੂਕੇਸ਼ਨ ਦਾ ਰੂਲ ਹੈ, ਨਾ ਕੋਈ ਇਨਕਮ ਦਾ ਰੂਲ ਹੈ। ਇੰਨਾ ਈਜ਼ੀ ਸਪਾਊਸ ਵੀਜ਼ਾ ਹੋਰ ਕਿਸੇ ਵੀ ਕੰਟਰੀ ਦਾ ਨਹੀਂ ਹੈਗਾ। ਐਂਡ ਫੁੱਲ ਟਾਈਮ ਵਰਕ ਰਾਈਟਸ ਨੇ, ਪੜ੍ਹਾਈ ਤੋਂ ਬਾਅਦ ਸਪਾਊਸ ਨੂੰ ਵੀ ਨਾਲ 2 ਸਾਲ ਦਾ ਵਰਕ ਪਰਮਿਟ ਮਿਲਣਾ। ਸੋ ਇਟ ਇਜ਼ ਦ ਬੈਸਟ ਚੋਇਸ ਫॉर ਮੈਰਿਡ ਕੈਂਡੀਡੇਟਸ ਜੀ। ਸੋ ਜਨਵਰੀ ਇਨਟੇਕ ਚ ਆਪਸ਼ਨਸ ਖੁੱਲੀਆਂ ਨੇ, ਸੀਟਸ ਖੁੱਲੀਆਂ ਸਰ ਨੇ। ਜਨਵਰੀ ਵਾਸਤੇ ਕਿੰਨਾ ਟਾਈਮ ਹੈ ਬੱਚੇ ਪ੍ਰੋਸੀਡ ਕਰਨ? ਕੋ ਸਪਟੰਬਰ ਇਨਟੇਕ ਦੀ ਹਾਲੇ ਵੀ ਐਡਮਿਸ਼ਨਸ ਚੱਲ ਰਹੀਆਂ ਨੇ, ਠੀਕ ਹੈ। ਬਟ 28 ਦਿਨ ਪੁਰਾਣੇ ਜੇ ਤੁਹਾਡੇ ਕੋਲ ਫੰਡਸ ਨਹੀਂ ਹੈਗੇ ਹੈ ਤਾਂ ਥੋੜਾ ਜਿਹਾ ਕਲੋਜ਼ ਕਾਲ ਹੋ ਜਾਏਗੀ ਸਪਟੰਬਰ ਇਨਟੇਕ, ਬਿਕੋਜ਼ ਸਪਟੰਬਰ ਵੀ ਖਿੱਚ ਕੇ ਅਕਤੂਬਰ ਤੱਕ ਜਾਣਾ ਹੀ ਜਾਣਾ ਹੈਗਾ। ਹੁਣ ਜਿਨ੍ਹਾਂ ਕੋਲ ਆਈਟਸ ਨਹੀਂ ਹੈ, ਪੀਟੀ ਨਹੀਂ ਹੈ, ਡੂਓਲਿੰਗੋ ਨਹੀਂ ਹੈ, ਕੋਈ ਇੰਗਲਿਸ਼ ਦਾ ਟੈਸਟ ਨਹੀਂ ਹੈ, ਉਹ ਬੱਚੇ ਜਨਵਰੀ ਇਨਟੇਕ ਵਿੱਚ ਵੀ ਰੁਲੇ ਸੀਗੇ। ਫਿਰ ਉਹਨਾਂ ਨੇ ਐਤਕੀ ਖੱਜਲ ਹੋਣਾ। ਜੇ ਕਿਸੇ ਨੇ ਐਸੀ ਯੂਨੀਵਰਸਿਟੀ ਨੂੰ ਫੀਸ ਭੇਜੀ ਹੋਈ ਹੈ, ਕੈਸ਼ ਨਹੀਂ ਆ ਰਿਹਾ ਬੜੀ ਦੇਰ ਤੋਂ, ਗੁੱਡ ਟਾਈਮ ਹੈ, ਰਿਫੰਡਸ ਮੰਗਵਾ ਲਓ ਔਰ ਤਿਆਰੀ ਕਰੋ ਅਗਲੀ ਇਨਟੇਕ ਦੇ ਵਿੱਚ ਆਈਲਟਸ ਦਾ ਐਗਜ਼ਾਮ। ਅੱਛਾ, ਜਿਨ੍ਹਾਂ ਦੀਆਂ ਲੈਟਰਸ ਫਸੀਆਂ ਨੇ ਵੀ ਕੈਸ਼ ਲੈਟਰ ਨਹੀਂ ਆ ਰਿਹਾ, ਉਹਨਾਂ ਨੂੰ ਇੰਗਲਿਸ਼ ਦੀ ਤਿਆਰੀ ਕਰਕੇ ਨਵੇਂ ਸਿਰੇ ਤੋਂ ਅੱਗੇ ਵਧਣਾ ਚਾਹੀਦਾ? ਕਰਨਾ ਹੀ ਪੈਣਾ ਹੈਗਾ ਜੀ, ਕਿਉਂਕਿ ਜਨਵਰੀ ਤੇ ਕੰਪਲਸਰੀ ਹੋ ਜਾਣਾ। ਸੋ ਟਾਈਮ ਹੈਗਾ, ਪਲੈਨਿੰਗ ਪ੍ਰੋਪਰ ਕਰਕੇ ਚੱਲੋਗੇ, ਯੂ ਵਿਲ ਗੈਟ ਦਾ ਰਿਜ਼ਲਟਸ। ਥੋੜੀ ਮਿਹਨਤ ਦੋਸਤੋ ਲਾਣੀ ਹੀ ਪੈਣੀ ਹੈ, ਬਿਨਾਂ ਮਿਹਨਤ ਤੋਂ ਗੱਡੀ ਅੱਗੇ ਤੁਰਨੀ ਨਹੀਂ ਹੈ। ਬਿਲਕੁਲ ਠੀਕ ਹੈ ਜੀ, ਥੈਂਕ ਯੂ ਸੋ ਮਚ ਤ੍ਰਿਵੇਦੀ ਸਾਹਿਬ। ਬੜੀ ਇੰਪੋਰਟੈਂਟ ਇਨਫੋਰਮੇਸ਼ਨ ਇਸ ਖਾਸ ਸ਼ੋਅ ਦੇ ਵਿੱਚ ਸਾਡੇ ਨਾਲ ਤ੍ਰਿਵੇਦੀ ਸਾਹਿਬ ਨੇ ਸਾਂਝੀ ਕੀਤੀ ਹੈ। ਥੈਂਕ ਯੂ ਸੋ ਮਚ। ਕਿਸੇ ਨੂੰ ਕੋਈ ਕਨਫਿਊਜ਼ਨ ਹੈ, ਕੋਈ ਕਲੈਰੀਫਿਕੇਸ਼ਨ ਚਾਹੀਦੀ ਹੈ ਤੇ ਫੋਨ ਕਰ ਸਕਦੇ ਹੋ। ਤ੍ਰਿਵੇਦੀ ਸਾਹਿਬ ਦਾ ਆਪਣਾ YouTube ਚੈਨਲ ਵੀ ਹੈ, ਉਹਨੂੰ ਵੀ ਸਬਸਕ੍ਰਾਈਬ ਕਰੋ, ਫੇਸਬੁੱਕ ਪੇਜ ਨੂੰ ਵੀ ਸਬਸਕ੍ਰਾਈਬ ਕਰੋ, ਔਰ ਟੈਲੀਫੋਨ ਨੰਬਰ ਹੈ 9216 355 355। ਥੈਂਕ ਯੂ ਸੋ ਮਚ ਤ੍ਰਿਵੇਦੀ। ਥੈਂਕ ਯੂ ਦੋਸਤੋ।